ਲੋਕਾਂ ਨੇ ਇਹ ਚੇਂਜ ਲਿਆਂਦੀ ਹੈ। ਲੋਕੀ ਦੋਨਾਂ ਪਾਰਟੀਆਂ ਤੋਂ ਤੰਗ ਹੋ ਚੁੱਕੇ ਸੀ। ਭਗਵੰਤ ਜੀ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਸਾਡੇ ਤੋਂ ਕੀ ਐਕਸਪੈਕਟੇਸ਼ਨਾਂ ਨੇ ਲੋਕਾਂ ਦੀਆਂ। 50,000 ਕਰੋੜ ਤਾਂ ਤੂੰ 15 ਦਿਨਾਂ 'ਚ ਤੇਰਾ ਇਕੱਠਾ ਕਰਾ ਦਿੰਦੇ ਅਸੀਂ। ਨਾ ਤਾਂ ਬਾਦਲ ਨੇ ਕੋਈ ਐਕਸ਼ਨ ਲਿਆ, ਨਾ ਅਮਰਿੰਦਰ ਸਿੰਘ ਨੇ ਲਿਆ, ਕਿਉਂਕਿ ਅਮਰਿੰਦਰ ਸਿੰਘ ਨੇ ਇੱਕ ਵਾਰ ਲਿਆ ਤੇ ਫਟਾਫਟ ਲਾਈਨਾਂ ਲਾ ਕੇ ਲੋਕੀ ਪਹੁੰਚ ਗਏ ਸਿਸਵਾ ਪੈਲੇਸ 'ਚ। ਤੇ ਕੀ ਜ਼ਰੂਰਤ ਹੈ ਜਾ ਕੇ ਪ੍ਰਾਈਮ ਮਿਨਿਸਟਰ ਤੋਂ ਮੰਗਣ ਦੀ। ਇੰਨਾ ਕੁ ਕੰਮ ਕਰੋ, ਫਿਰ ਤੁਹਾਨੂੰ ਹੋਰ ਦੱਸਾਂਗੇ ਕਿ ਕਿੱਥੇ ਤੁਸੀਂ 100 ਕਰੋੜ ਰੁਪਈਆ ਜਿਹੜਾ ਮਹੀਨੇ ਦਾ ਤੁਹਾਡਾ ਜਾ ਰਿਹਾ ਹੈ ਉਹ ਤੁਸੀਂ ਇੱਕ ਚੁਟਕੀ ਮਾਰ ਕੇ ਇਕੱਠੇ ਕਰ ਸਕਦੇ ਹੋ। ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜਿਹੜੇ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਜਾਂ ਫਿਰ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਇਹ ਸੰਭਵ ਹੋਇਆ। ਜਿਹੜੇ ਅਫਸਰ ਹੈਗੇ ਮਿਲੀ ਭੁਗਤ ਵਾਲੇ ਕੱਢ ਕੇ ਬਾਹਰ ਮਾਰੋ। ਬੜੀ ਦੁਨੀਆ ਧੱਕੇ ਖਾਂਦੀ ਫਿਰਦੀ ਨੌਕਰੀਆਂ ਨੂੰ। ਗਰੰਟੀਆਂ ਦਿੱਤੀਆਂ ਸੀ ਔਰ ਗਰੰਟੀਆਂ ਤੁਹਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਕਿ ਤੁਹਾਡੇ ਪੱਲੇ ਚੁਆਨੀ ਨਹੀਂ ਹੈਗੀ। ਜੇ ਤੁਸੀਂ ਉਹ ਪੂਰੇ ਕਰਨੇ ਨੇ ਤੇ ਬੋਲਡ ਸਟੈਪ ਲੈਣੇ ਪੈਣਗੇ ਭਗਵੰਤ ਮਾਨ ਜੀ। ਇੱਕ ਪਾਸੇ ਤਾਂ ਇੰਨਾ ਸਾਡੇ ਸਿਰ ਕਰਜ਼ਾ ਚੜਿਆ ਹੋਇਆ ਤੇ ਜਿੱਥੋਂ ਸਾਨੂੰ ਇਨਕਮ ਹੋ ਰਹੀ ਹੈ ਉਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਜੇ ਚੀਫ ਮਿਨਿਸਟਰ 200 ਕਿੱਲੇ ਦੇ ਕਾਬਜ਼ ਹੋਣ ਫਿਰ ਤੇ ਉਹਨਾਂ ਦੇ ਮੰਤਰੀ ਹੋਣ, ਉਹਨਾਂ ਦੇ ਰਿਸ਼ਤੇਦਾਰ ਹੋਣ, ਇਹਦੇ ਨਾਲ ਤਾਂ ਤੁਸੀਂ ਅਕਾਊਂਟ ਨੰਬਰ ਹੀ ਦੇ ਦਿਓ ਯਾਰ, ਅਸੀਂ ਇੰਨੇ ਪੰਜਾਬੀ ਨਹੀਂ ਮਰੇ, ਅਸੀਂ ਵੈਸੇ ਤੁਹਾਡੇ ਖਾਤੇ ਭਰ ਦਿਆਂਗੇ। ਸਾਡਾ ਕਿਉਂ ਹਾਲ ਹੋਇਆ ਸ਼੍ਰੀਲੰਕਾ ਦਾ, ਅਸੀਂ ਸਾਰੇ ਹਿੰਦੁਸਤਾਨ ਨੂੰ ਖਵਾਉਣ ਵਾਲੇ ਬੰਦੇ। ਸਰਕਾਰ ਆਪਣੀ ਆਈ ਤੇ ਆਵੇ ਤਾਂ ਜਿਹੜੇ ਨਜਾਇਜ਼ ਕਬਜ਼ੇ ਨੇ ਕਿੰਨੇ ਕੁ ਟਾਈਮ ਦੇ ਵਿੱਚ ਛੁਡਵਾ ਸਕਦੀ ਹੈ ਤੇ ਇਸ ਨੂੰ ਜਿਹੜਾ ਦੁਬਾਰਾ ਤੋਂ ਜਿਹੜਾ ਇਹਦੇ ਤੋਂ ਇਨਕਮ ਇਕੱਠੀ ਕਰੀ ਜਾ ਸਕਦੀ। 24 ਘੰਟਿਆਂ 'ਚ ਅਪ੍ਰੈਲ ਦੇ ਵਿੱਚ ਕਣਕ ਵੱਢੀ ਜਾਣੀ ਹੈ ਤੇ ਨੈਕਸਟ ਡੇ ਜਾ ਕੇ ਕਬਜ਼ੇ ਕਰਕੇ ਤੇ ਮਾਰ ਕੇ ਜੁੱਤੀਆਂ ਦੇ ਨਾਲੇ ਦੇ ਅੰਦਰ ਕਾਰਡ ਐਵੇਂ ਨਕਲੀ ਬਣਾ ਕੇ ਤੇ 4-4 ਹਜ਼ਾਰ ਨਕਲੀ ਕਾਰਡ ਬਣਾਏ ਹੋਏ ਨੇ ਡਿਪੂ ਹੋਲਡਰਾਂ ਨੇ। ਉਹ ਉਂਝ ਹੀ ਭਰਪੂਰ ਕੇ ਸਾਰਾ ਬਾਜ਼ਾਰ 'ਚ ਵੇਚ ਦਿੰਦੇ ਆ। ਸਾਡੀ 10,000 ਕਿੱਲਾ ਤਾਂ ਸ਼੍ਰੋਮਣੀ ਕਮੇਟੀ ਦੀ ਜ਼ਮੀਨ 'ਤੇ ਹੀ ਕਬਜ਼ਾ ਹੈ ਔਰ ਮੈਂਬਰਾਂ ਨੇ ਕੀਤਾ ਹੋਇਆ ਹੈ। ਮੈਂਬਰਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਕਰਾਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਕੋਲ ਘੱਟ ਜ਼ਮੀਨ ਹੈ। ਖਾਲੀ ਭਾਸ਼ਣ ਦੇਣ ਨਾਲ ਜਸਦਾਰ ਜੀ ਕੁਝ ਨਹੀਂ ਬਣਦਾ। ਕੌਮਾਂ ਭਾਸ਼ਣ ਦੇਣ ਨਾਲ ਨਹੀਂ ਸੰਭਾਲੀਆਂ ਜਾਂਦੀਆਂ। ਜਿਹੜਾ ਤੁਸੀਂ ਪੀਟੀਸੀ ਵਾਲਾ ਕਦਮ ਚੁੱਕਿਆ ਹੁਣ ਚੁੱਕਿਆ, ਜਦੋਂ ਸਾਰਾ ਮਾਮਲਾ ਬੇੜਾ ਗਰਕ ਹੋ ਗਿਆ ਤੇ ਹੁਣ ਤਾਂ ਤੁਹਾਨੂੰ ਚੁੱਕਣਾ ਹੀ ਪੈਣਾ ਸੀ। ਆ ਜ਼ਮੀਨਾਂ ਵਾਲਾ ਵੀ ਚੁੱਕ ਲਓ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਦੇ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਲੰਧਰ ਡਿਵੀਜ਼ਨ ਦੇ 8 ਜ਼ਿਲ੍ਹਿਆਂ ਦੇ ਅੰਦਰ ਜਿਹੜੀ ਪੰਚਾਇਤੀ ਜ਼ਮੀਨ ਹੈ 10,000 ਏਕੜ ਦੇ ਕਰੀਬ ਉਤੇ ਨਜਾਇਜ਼ ਕਬਜ਼ਾ ਹੋਇਆ ਹੈ। ਜੇ ਗੱਲ ਕਰੀਏ ਪੰਜਾਬ ਦੇ 23 ਜ਼ਿਲ੍ਹਿਆਂ ਦੀ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅੰਕੜਾ ਕਿੱਥੇ ਤੱਕ ਪਹੁੰਚੂਗਾ। ਇੱਕ ਸ਼ਖਸ ਨੇ ਜੋ ਲਗਾਤਾਰ ਇਸ ਮੁੱਦੇ ਨੂੰ ਚੱਕਦੇ ਰਹੇ ਨੇ, ਇਸ ਮੁੱਦੇ ਨੂੰ ਲੈ ਕੇ ਜਿਹੜੀ ਆਪਣੀ ਆਵਾਜ਼ ਹੈ ਬੁਲੰਦ ਕਰਦੇ ਰਹੇ ਨੇ। ਮੇਰੇ ਨਾਲ ਮੌਜੂਦ ਨੇ ਕੈਪਟਨ ਚੰਨਨ ਸਿੰਘ ਸਿੱਧੂ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਨਾਗਰਾ ਸਾਹਿਬ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਸਿਰਫ ਇਹ 8 ਜ਼ਿਲ੍ਹਿਆਂ ਦੀ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ 10,000 ਏਕੜ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਉਹ 'ਤੇ ਨਜਾਇਜ਼ ਕਬਜ਼ਾ ਹੋਇਆ। ਪਰ ਜੇ ਆਪਾਂ 23 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਫਿਰ ਸਿੱਧੂ ਸਾਹਿਬ ਇਹ ਪਤਾ ਹੀ ਨਹੀਂ ਅੰਕੜਾ ਕਿੱਥੇ ਪਹੁੰਚ ਜੂਗਾ। ਮੈਂ ਕਿਹਾ ਜੀ, ਜੇ ਮੈਂ ਤਾਂ ਪਹਿਲਾਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਵਧਾਈ ਦਿੰਦਾ ਕਿ ਇਹ ਜਿਹੜੀ ਚੇਂਜ ਆਈ ਹੈ ਇਹ ਪੰਜਾਬ ਦੀ ਬਿਹਤਰੀ ਵਾਸਤੇ ਆਈ ਹੈ। ਲੋਕਾਂ ਨੇ ਇਹ ਚੇਂਜ ਲਿਆਂਦੀ ਹੈ। ਲੋਕੀ ਦੋਨਾਂ ਪਾਰਟੀਆਂ ਤੋਂ ਤੰਗ ਹੋ ਚੁੱਕੇ ਸੀ ਔਰ ਜਿੰਨੀ ਰੈਵੋਲੂਸ਼ਨ ਨਾਲ ਇਹ ਚੇਂਜ ਆਈ ਹੈ ਇਹ ਭਗਵੰਤ ਜੀ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਸਾਡੇ ਤੋਂ ਕੀ ਐਕਸਪੈਕਟੇਸ਼ਨਾਂ ਨੇ ਲੋਕਾਂ ਦੀਆਂ। ਔਰ ਅਜੇ ਕੋਈ ਟਾਈਮ ਨਹੀਂ ਹੋਇਆ, ਅਜੇ ਥੋੜ੍ਹਾ ਜਿਹਾ ਬਿਗਨਿੰਗ ਹੀ ਹੈ। ਮੇਰੇ ਖਿਆਲ 'ਚ ਉਹਨਾਂ ਦੀ ਨੌਲੇਜ 'ਚ ਹੋਏਗਾ। ਇਹ ਤਾਂ ਕੁਛ ਵੀ ਨਹੀਂ ਹੈ। ਜਿਹੜੇ ਉਹ 50,000 ਕਰੋੜ ਪ੍ਰਾਈਮ ਮਿਨਿਸਟਰ ਤੋਂ ਮਿੰਨਤਾਂ ਕਰਦੇ ਫਿਰਦੇ ਨੇ, 50,000 ਕਰੋੜ ਤਾਂ ਤੂੰ 15 ਦਿਨਾਂ 'ਚ ਤੇਰਾ ਇਕੱਠਾ ਕਰਾ ਦਿੰਦੇ ਅਸੀਂ। ਤੁਸੀਂ ਲਾਈਨ 'ਤੇ ਤਾਂ ਆਓ, ਤੁਸੀਂ ਆਪਦੇ ਆਪ ਸਰਚ ਵਿਦਿਨ ਆਪਣੇ ਆਪ 'ਚ ਲੱਭੋ। ਤੁਸੀਂ ਇਹ ਕਹਿ ਰਹੇ ਜੇ ਕਿ 10,000 ਕਿੱਲਾ ਜਾਂ 15,000 ਕਿੱਲਾ ਜਾਂ 22,000 ਕਿੱਲਾ। ਮੈਂ ਕਹਿੰਦਾ 3700 ਕਿੱਲਾ ਜਿੱਥੇ ਮੈਂ ਬੈਠਾ ਮਾਜਰੀ ਬਲਾਕ ਦੀ, ਜਿੱਥੇ ਬੈਠੇ ਹਾਂ ਮਾਜਰੀ ਬਲਾਕ ਦੀ ਜਿਹੜੀ 2-2, 3-3 ਕਰੋੜ ਦਾ ਕਿੱਲਾ ਹੈ, 3700 ਕਿੱਲਾ ਤਾਂ ਉਹੀ ਕਬਜ਼ੇ 'ਚ ਕੀਤੀ ਹੋਈ ਹੈ। ਔਰ ਉਹਦੇ 'ਚ ਤੁਸੀਂ ਕੱਖ ਨਹੀਂ ਕਰਨਾ। ਉਹ ਤਾਂ ਚਲੋ ਤੁਹਾਨੂੰ ਕਬਜ਼ੇ ਲੈਣੇ ਪੈਣਗੇ, ਉਹਦਾ ਤੁਹਾਨੂੰ ਲੋਕੀ ਕੋਰਟਾਂ ਜਾਣਗੇ, ਸਟੇ ਲੈ ਆਉਣਗੇ, ਲੌਂਗ ਪ੍ਰੋਸੈਸ ਵੀ ਹੋ ਸਕਦਾ। ਲੇਕਿਨ ਜਦੋਂ ਸਰਕਾਰ ਕਬਜ਼ਾ ਲੈਣਾ ਚਾਹੇ ਨਾ ਤੇ ਉਹ ਰਾਤੋਂ ਰਾਤ ਡੀਸੀ ਨੂੰ ਲੈ ਕੇ ਤੇ ਕਬਜ਼ਾ ਲੈ ਸਕਦੀ। ਕੋਰਟਾਂ ਕਾਟਾਂ ਬਾਅਦ 'ਚ ਦੇਖੀਆਂ ਜਾਂਦੀਆਂ। ਲੇਕਿਨ ਜਿਹੜਾ ਮਾਜਰੀ ਬਲਾਕ ਦਾ ਕੇਸ ਹੈ ਭਗਵੰਤ ਮਾਨ ਜੀ, ਇੱਥੇ ਤਾਂ ਸਾਰੇ ਕੋਰਟ ਦੇ ਆਰਡਰ ਹੋ ਚੁੱਕੇ ਨੇ। ਇੱਥੇ ਤਾਂ ਜਸਟਿਸ ਦਾ ਬਣਿਆ ਸੀਗਾ, ਆਪਣਾ ਕੁਲਦੀਪ ਸਿੰਘ ਦਾ ਕਮਿਸ਼ਨ ਬਣਿਆ ਸੀ, ਹਾਈ ਕੋਰਟ ਨੇ ਬਣਾਇਆ ਸੀ। ਜਸਟਿਸ ਨੇ ਰਿਪੋਰਟ ਦਿੱਤੀ ਹੋਈ ਹੈ ਰਾਈਟਿੰਗ 'ਚ। 3700 ਕਿੱਲਾ ਜ਼ਮੀਨ ਮਾਜਰੀ ਬਲਾਕ ਦੇ
ਜਿਹੜੇ ਲੋਕਾਂ ਦੀ ਜ਼ਮੀਨ ਹੈ, ਪੰਚਾਇਤੀ ਜ਼ਮੀਨ ਹੈ, ਉਹ ਬਿਊਰੋਕ੍ਰੇਸੀ ਨੇ, ਪੁਲਿਸ ਅਫਸਰਾਂ ਨੇ, ਪੋਲੀਟੀਸ਼ੀਅਨਾਂ ਨੇ ਸਾਰੀ ਖਰੀਦ ਕੇ ਕਬਜ਼ਾ ਕੀਤੀ ਹੋਈ ਹੈ। ਔਰ ਉਹ ਹਾਈ ਕੋਰਟ ਦੇ ਆਰਡਰ ਨੇ ਕਿ ਇਹਨੂੰ ਫਟਾਫਟ ਇਹਨੂੰ ਫੌਰਨ ਖਾਲੀ ਕਰਾਇਆ ਜਾਵੇ, ਇਹ ਇਲੀਗਲ ਸੇਲ ਹੈ, ਇਹਨਾਂ ਤੋਂ ਵਾਪਸ ਲਈ ਜਾਵੇ ਔਰ ਇਹਨਾਂ ਦੇ ਕੇਸ ਰਜਿਸਟਰ ਕੀਤੇ ਜਾਣ। ਦੇਖੋ ਤੁਸੀਂ ਪਟਵਾਰੀ ਨੂੰ ਫੜ ਲੋਗੇ, ਤਹਿਸੀਲਦਾਰ ਫੜਤਾ, ਉਹਨੂੰ ਟਰਾਂਸਫਰ ਕਰਤਾ, ਲੇਕਿਨ ਹਾਈ ਕੋਰਟ ਆਰਡਰਾਂ ਦੇ ਬਾਵਜੂਦ ਵੀ ਅਜੇ ਇਸ ਜ਼ਮੀਨ 'ਤੇ ਨਾ ਤਾਂ ਬਾਦਲ ਨੇ ਕੋਈ ਐਕਸ਼ਨ ਲਿਆ, ਨਾ ਅਮਰਿੰਦਰ ਸਿੰਘ ਨੇ ਲਿਆ, ਕਿਉਂਕਿ ਅਮਰਿੰਦਰ ਸਿੰਘ ਨੇ ਇੱਕ ਵਾਰ ਲਿਆ ਤੇ ਫਟਾਫਟ ਲਾਈਨਾਂ ਲਾ ਕੇ ਲੋਕੀ ਪਹੁੰਚ ਗਏ ਸਿਸਵਾ ਪੈਲੇਸ 'ਚ, ਤੇ ਅਮਰਿੰਦਰ ਸਿੰਘ ਵੀ ਚੁੱਪ ਹੋ ਗਿਆ। ਤੇ ਹੁਣ ਤਾਂ ਵੀ ਰੈਵੋਲੂਸ਼ਨਰੀ ਸਰਕਾਰ ਹੈ ਔਰ ਇਹਨਾਂ ਨੇ ਪ੍ਰੋਮਿਸ ਵੀ ਕੀਤੇ ਸੀ ਕਿ ਜਦੋਂ ਅਸੀਂ ਪਾਵਰ 'ਚ ਆਵਾਂਗੇ ਅਸੀਂ ਇਹ ਜ਼ਮੀਨਾਂ ਦੇ ਜਿਹੜੇ ਕਬਜ਼ੇ ਨੇ 2 ਮਹੀਨਿਆਂ ਦੇ ਵਿੱਚ ਲਵਾਂਗੇ। ਤੇ ਅਜੇ ਟੂ ਅਰਲੀ ਅਸੀਂ ਕਹਿੰਦੇ ਚਲੋ ਹੋ ਸਕਦਾ ਉਹਨਾਂ ਦੇ ਏਜੰਡੇ 'ਚ ਹੋਏ ਕੰਮ, ਉਹਨਾਂ ਦੇ ਏਜੰਡੇ 'ਚ ਹੋ ਸਕਦਾ ਇਹ ਕੰਮ ਹੋਏ, ਲੇਕਿਨ ਅਸੀਂ ਰਿਮਾਈਂਡ ਤਾਂ ਕਰਾ ਸਕਦੇ ਹਾਂ ਕਿ ਭਗਵੰਤ ਮਾਨ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਕੰਮ ਕਰੋ, ਇਹ ਸਾਰੀਆਂ ਜ਼ਮੀਨਾਂ ਦੇ ਜਿਹੜੇ ਨਜਾਇਜ਼ ਕਬਜ਼ੇ ਨੇ ਇਹ ਸਾਰੇ ਨਜਾਇਜ਼ ਕਬਜ਼ੇ ਹਟਾਓ। ਘੱਟੋ ਘੱਟ ਤੁਹਾਡੇ ਕੋਲ 1 ਲੱਖ ਕਿੱਲਾ ਜ਼ਮੀਨ ਜਿਹੜੀ ਹੈ ਉਹ ਆ ਜਾਊਗੀ। 1 ਲੱਖ ਕਿੱਲੇ ਦਾ ਜੇ ਤੁਸੀਂ 50,000 ਦਾ ਵੀ ਠੇਕਾ ਲਾਓ ਤੇ ਕਿੰਨੇ ਪੈਸੇ ਬਣ ਗਏ? 50,000 ਘੱਟੋ ਘੱਟ ਠੇਕਾ ਹੈ, 50,000 ਕਰੋੜ ਬਣ ਗਿਆ। ਤੇ ਕੀ ਜ਼ਰੂਰਤ ਹੈ ਜਾ ਕੇ ਪ੍ਰਾਈਮ ਮਿਨਿਸਟਰ ਤੋਂ ਮੰਗਣ ਦੀ? ਇੰਨਾ ਕੁ ਕੰਮ ਕਰੋ, ਫਿਰ ਤੁਹਾਨੂੰ ਹੋਰ ਦੱਸਾਂਗੇ ਕਿ ਕਿੱਥੇ ਤੁਸੀਂ 100 ਕਰੋੜ ਰੁਪਈਆ ਜਿਹੜਾ ਮਹੀਨੇ ਦਾ ਤੁਹਾਡਾ ਜਾ ਰਿਹਾ ਹੈ ਉਹ ਤੁਸੀਂ ਇੱਕ ਚੁਟਕੀ ਮਾਰ ਕੇ ਇਕੱਠੇ ਕਰ ਸਕਦੇ ਜੇ। ਤੋ ਇਹ ਤਾਂ ਬਿਗਨਿੰਗ ਹੈ, ਹੋ ਸਕਦਾ ਹੈ ਦੇ ਮਸਟ ਬੀ ਔਨ ਦਾ ਜੌਬ, ਔਰ ਜੇ ਨਹੀਂ ਹੈ ਤਾਂ ਉਹਨਾਂ ਨੂੰ ਸਾਡੀ ਵੀਡੀਓ ਤੋਂ ਸਬਕ ਲੈਣਾ ਚਾਹੀਦਾ ਔਰ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਇਹ ਫੌਰਨ ਤੌਰ 'ਤੇ ਐਗਜ਼ੈਕਟਿਵ ਆਰਡਰ ਦੇ ਨਾਲ ਕਬਜ਼ੇ ਕਰ ਲੈਣੇ ਚਾਹੀਦੇ। ਡਿਪਟੀ ਡਾਇਰੈਕਟਰ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਜਾਂ ਫਿਰ ਪੋਲੀਟੀਕਲ ਪ੍ਰੈਸ਼ਰ ਦੇ ਕਾਰਨ ਇਹ ਸੰਭਵ ਹੋਇਆ। ਮੈਂ ਕਹਿੰਦਾ ਜੀ ਅਜੇ ਤੱਕ ਸ਼ਾਇਦ ਐਕਸ਼ਨ ਕੋਈ ਕਰਨਗੇ ਜਾਂ ਅਜੇ ਤੱਕ ਕੀਤਾ ਕੱਖ ਨਹੀਂ ਕਿ ਜਿਹੜੇ ਅਫਸਰ ਹੈਗੇ ਮਿਲੀ ਭੁਗਤ ਵਾਲੇ ਕੱਢ ਕੇ ਬਾਹਰ ਮਾਰੋ। ਬੜੀ ਦੁਨੀਆ ਧੱਕੇ ਖਾਂਦੀ ਫਿਰਦੀ ਨੌਕਰੀਆਂ ਨੂੰ, ਉਹਨਾਂ ਤੋਂ 3 ਗੁਣਾ ਜ਼ਿਆਦਾ ਪੜ੍ਹੇ ਲਿਖੇ ਇੰਟੈਲੀਜੈਂਟ ਬੰਦੇ ਧੱਕੇ ਖਾਂਦੇ ਫਿਰਦੇ ਨੇ। ਤੇ ਕੀ ਲੈਣਾ ਤੁਸੀਂ ਕਰਪਟ ਨੂੰ? ਸਿੱਧੇ ਡਿਸਮਿਸਲ ਆਰਡਰ ਹੱਥ ਫੜਾਓ। ਪਹਿਲਾਂ ਦੇਖੋ ਇਨਵੈਸਟੀਗੇਸ਼ਨ ਕਰੋ, ਇਨਵੈਸਟੀਗੇਸ਼ਨ ਕੋਰਟ ਆਫ ਇਨਕੁਆਇਰੀ ਕਰੋ, ਇਨਕੁਆਇਰੀ ਕਰੋ। ਅਗਰ ਉਹ ਗਿਲਟੀ ਪਾਏ ਜਾਂਦੇ ਨੇ ਸਾਰਿਆਂ ਨੂੰ ਪਾਸੇ ਕਰੋ ਤਾਂ ਆਪੇ ਕਬਜ਼ੇ ਕੁਬਜ਼ੇ ਹਟ ਜਾਣਗੇ। ਬੋਲਡ ਸਟੈਪ ਤਾਂ ਲੈਣੇ ਪੈਣਗੇ ਜੇ ਤੁਸੀਂ ਪੰਜਾਬ ਨੂੰ ਬਚਾਉਣਾ, ਜੇ ਤੁਸੀਂ ਆਪਦੇ ਵਾਅਦੇ ਪੂਰੇ ਕਰਨੇ ਜਿਹੜੇ ਤੁਸੀਂ ਗਰੰਟੀਆਂ ਦਿੱਤੀਆਂ ਸੀ ਔਰ ਗਰੰਟੀਆਂ ਤੁਹਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਕਿ ਤੁਹਾਡੇ ਪੱਲੇ ਚੁਆਨੀ ਨਹੀਂ ਹੈਗੀ, ਜੇ ਤੁਸੀਂ ਉਹ ਪੂਰੇ ਕਰਨੇ ਨੇ ਤਾਂ ਬੋਲਡ ਸਟੈਪ ਲੈਣੇ ਪੈਣਗੇ ਭਗਵੰਤ ਮਾਨ ਜੀ ਔਰ ਯੂ ਹੈਵ ਟੂ ਸਟੈਂਡ। ਅਦਰਵਾਈਜ਼ ਤਾਂ ਫਿਰ ਦੂਜੇ ਜਿਹੋ ਜਿਹੇ ਸੀ ਉਹ ਜੇ ਤੁਸੀਂ ਹੋਗੇ ਫਿਰ ਤਾਂ ਕੋਈ ਫਰਕ ਹੀ ਨਾ ਹੋਇਆ। ਭਗਵੰਤ ਮਾਨ ਦੀ ਸਰਕਾਰ ਕੀ ਫੈਸਲਾ ਲੈਂਦੀ ਹੈ, ਕੀ ਐਕਸ਼ਨ ਲੈਂਦੀ ਹੈ ਤਾਂ ਸਮਾਂ ਦੱਸੂਗਾ। ਪਰ ਜੇ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਬਜ਼ੇ ਨਹੀਂ ਛਡਾ ਪਾਏ, ਕੋਈ ਉਹਨਾਂ ਤੇ ਜਿਹੜਾ ਕੇਸ ਨਹੀਂ ਦਰਜ ਹੋਇਆ, ਕੋਈ ਉਹਨਾਂ ਤੇ ਜਿਹੜਾ ਕਾਰਵਾਈ ਨਹੀਂ ਹੋਈ। ਬੜੀ ਹੈਰਾਨਜਨਕ ਗੱਲ ਹੈ ਕਿ ਇੱਕ ਪਾਸੇ ਤਾਂ ਇੰਨਾ ਸਾਡੇ ਸਿਰ ਕਰਜ਼ਾ ਚੜਿਆ ਹੋਇਆ ਤੇ ਜਿੱਥੋਂ ਸਾਨੂੰ ਇਨਕਮ ਹੋ ਰਹੀ ਹੈ ਉਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਜੇ ਚੀਫ ਮਿਨਿਸਟਰ 200 ਕਿੱਲੇ ਦੇ ਕਾਬਜ਼ ਹੋਣ ਫਿਰ ਤੇ ਉਹਨਾਂ ਦੇ ਮੰਤਰੀ ਹੋਣ, ਉਹਨਾਂ ਦੇ ਰਿਸ਼ਤੇਦਾਰ ਹੋਣ। ਦੇਖੋ ਚੀਫ ਮਿਨਿਸਟਰ ਦੀ ਗੱਲ ਮਾੜਾ ਬੰਦਾ ਤਾਂ ਕਬਜ਼ਾ ਕਰ ਨਹੀਂ ਸਕਦਾ। ਤੁਸੀਂ ਕਬਜ਼ਾ ਕਰ ਲੋਗੇ, ਦੂਜੇ ਦਿਨ ਤੁਹਾਨੂੰ ਟੰਗ ਦੇਣਗੇ। ਮੈਂ ਕਬਜ਼ਾ ਕਰ ਸਕਦਾ, ਚੌਥੇ ਦਿਨ ਟੰਗਿਆ ਪਿਆ ਹੂੰ। ਜਿਹੜੇ ਕਬਜ਼ੇ ਜਿਨ੍ਹਾਂ ਦੇ ਹੈਗੇ ਜਾਂ ਕਬਜ਼ੇ ਜਿਨ੍ਹਾਂ ਨੇ ਕਰਵਾਏ ਨੇ ਬਈ ਉਹ ਹਾਇਰਾਰਕੀ ਦੇ ਵਿੱਚ ਹਾਈ ਲੈਵਲ ਦੇ ਹੀ ਬੰਦੇ ਨੇ ਨਾ। ਤੇ ਹੁਣ ਤਾਂ ਅਸੀਂ ਰਿਜੈਕਟ ਕਰਤੇ ਸਾਰੇ, ਅਸੀਂ ਉਹ ਹਾਇਰਾਰਕੀ ਖਤਮ ਕਰਤੀ। ਪੀਪਲ ਹੈਵ ਰਿਜੈਕਟਡ ਦੈਮ ਆਲ। ਉਹ ਤੁਸੀਂ 92 ਦੇ 92 ਨਵੇਂ ਆਏ ਜੇ ਤਾਂ ਹੀ ਆਏ ਜੇ ਨਾ। ਜੇ ਸਾਰਾ ਕੁਝ ਤਾਂ ਹੁਣ ਕਲੀਨ ਸਿਸਟਮ ਦਾ ਤੁਸੀਂ ਕਰਨਾ, ਲੇਕਿਨ ਅਸੀਂ ਨਹੀਂ ਕਹਿੰਦੇ ਕਿ ਰਾਤੋਂ ਰਾਤ ਕਰ ਦਿਓ, ਸਿਸਟਮੈਟਿਕਲੀ ਕਰੋ। ਲੇਕਿਨ ਇਸ ਕੰਮ ਵਾਸਤੇ ਤੁਰਨਾ ਜ਼ਰੂਰ ਸ਼ੁਰੂ ਕਰ ਦਿਓ। 50,000 ਕਰੋੜ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਕੋਲ ਪੰਜਾਬ 'ਚ ਇੰਨਾ ਪੈਸਾ ਪਿਆ, ਤੁਸੀਂ ਆਪਦਾ ਹੀ ਸੰਭਾਲ ਲਓ ਤੇ ਤੁਹਾਨੂੰ 100 ਕਰੋੜ ਰੁਪਈਆ ਤੁਸੀਂ 3 ਮਹੀਨਿਆਂ 4 'ਚ ਇਕੱਠਾ ਕਰ ਸਕਦੇ ਜੇ, ਬਜਾਏ ਕਿ ਐਵੇਂ ਜਾ ਕੇ ਪ੍ਰਾਈਮ ਮਿਨਿਸਟਰ ਦੀਆਂ ਮਿੰਨਤਾਂ ਕਰੋ। ਇਹਦੇ ਨਾਲ ਤਾਂ ਤੁਸੀਂ ਅਕਾਊਂਟ ਨੰਬਰ ਹੀ ਦੇ ਦਿਓ ਯਾਰ, ਅਸੀਂ ਇੰਨੇ ਪੰਜਾਬੀ ਨਹੀਂ ਮਰੇ, ਅਸੀਂ ਵੈਸੇ ਤੁਹਾਡੇ ਖਾਤੇ ਭਰ ਦਿਆਂਗੇ, ਆਪਦੇ ਕੋਲੋਂ ਹੀ ਭਰ ਦੇਣਗੇ। ਜੇ ਅਸੀਂ 2 ਕਰੋੜ ਹਾਂ, 3 ਕਰੋੜ ਪੰਜਾਬੀ ਹਾਂ, ਤੇ ਜੇ ਅਸੀਂ 10-10 ਹਜ਼ਾਰ ਵੀ ਦੇਈਏ, ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਛੱਡੋ, 1 ਕਰੋੜ ਵੀ ਦੇ ਸਕਦਾ ਤੇ 10,000 ਵੀ ਇੱਕ ਬੰਦਾ ਦੇਵੇ ਤੇ ਕਿੰਨਾ ਪੈਸਾ ਇਕੱਠਾ ਹੁੰਦਾ। ਤੇ ਕੀ ਜ਼ਰੂਰਤ ਹੈ ਮਿੰਨਤਾਂ ਕਰਨ ਦੀ? ਅਸੀਂ ਗੈਰਤ ਵਾਲੇ ਬੰਦੇ ਹਾਂ, ਸਾਨੂੰ ਗੈਰਤ ਹੀ ਰਹਿਣ ਦਿਓ, ਤੁਸੀਂ ਸਾਡੇ ਤੋਂ ਹੀ ਮੰਗ ਕੇ ਦੇਖ ਲਓ। ਤੋ ਇਸ ਕਰਕੇ ਫੋਰਨਰ ਆਪਣੇ ਜਿੰਨੇ NRI ਪੰਜਾਬੀ ਨੇ ਉਹਨਾਂ ਤੋਂ ਮੰਗ ਕੇ ਦੇਖ ਲਓ, ਕੀ ਜ਼ਰੂਰਤ ਹੈ ਉੱਥੇ ਜਾ ਕੇ ਭੀਖ ਮੰਗਣ ਦੀ। ਤੋ ਇਸ ਕਰਕੇ ਦੇ ਹੈਵ ਟੂ ਐਕਟ, ਦੇ ਹੈਵ ਟੂ ਟੇਕ ਵੈਰੀ ਹਾਰਡ ਡਿਸੀਜਨਸ ਐਂਡ ਵੈਰੀ ਫਾਸਟ, ਤਾਂ ਕਿ ਇਹ ਜਿਹੜੇ ਫਿਰ ਇਹਨਾਂ ਦੇ ਬਾਅਦ 'ਚ ਵਾਅਦੇ ਨੇ ਉਹਨਾਂ 'ਤੇ ਪੂਰੇ ਉਤਰ ਸਕਣ। ਮੈਂ ਚਾਹੁੰਦਾ ਕਿ ਆਪਾਂ ਇਸੇ ਵਿਸ਼ੇ 'ਤੇ ਵਾਪਿਸ ਆਈਏ ਕਿ ਜਿਹੜੀ ਇਹ ਕਬਜ਼ਾ ਹੋਇਆ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ
ਇਸ ਰਿਪੋਰਟ ਦੇ ਵਿੱਚ ਵੀ ਕਈ ਨਾਮੀ ਜਿਹੜੀਆਂ ਹਸਤੀਆਂ ਦੇ ਨਾਮ ਨੇ। ਜਲੰਧਰ ਦੀ ਜਿਹੜੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ ਜਿਹਦਾ ਅੱਜ ਦੇਸ਼ ਦੁਨੀਆ ਦੇ ਵਿੱਚ ਬੋਲਬਾਲਾ ਹੈ, ਹਾਲਾਂਕਿ ਬੜੀ ਥੋੜੀ ਜ਼ਮੀਨ ਤੇ ਉਹਨਾਂ ਦਾ ਕਬਜ਼ਾ ਦੱਸਿਆ ਹੋਇਆ ਇਸ ਰਿਪੋਰਟ ਦੇ ਅੰਦਰ। ਇਸ ਤੋਂ ਇਲਾਵਾ ਬੀਜੇਪੀ ਦੇ ਸਾਂਸਦ ਨੇ ਜੋ ਪੰਜਾਬ ਤੋਂ ਵੀ ਬਿਲੋਂਗ ਕਰਦੇ ਨੇ, ਉਹਨਾਂ ਦਾ ਵੀ ਇਸ ਦੇ ਵਿੱਚ ਨਾਮ ਹੈ। ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦੀ ਵੀ ਜ਼ਮੀਨ ਤੇ ਕਬਜ਼ਾ ਹੈ। ਯਾਰ ਲਵਲੀ ਯੂਨੀਵਰਸਿਟੀ 7 ਕਨਾਲ ਹੈ, ਉਹ 7 ਕਨਾਲ ਗਲਤੀ ਨਾਲ ਵੀ ਵਿੱਚ ਆ ਸਕਦੀ ਹੈ। ਉਹ ਤਾਂ ਤੁਸੀਂ ਕਬਜ਼ਾ ਨਹੀਂ ਹੋ ਸਕਦਾ, ਉਹ ਤੁਸੀਂ ਡਿਮਾਰਕੇਸ਼ਨ ਕਰਾ ਕੇ 7 ਕਨਾਲ ਕਢਵਾ ਵੀ ਸਕਦੇ ਜੇ। ਉੱਥੇ ਹਜ਼ਾਰਾਂ ਕਿੱਲੇ ਜ਼ਮੀਨ ਆ, ਕੀ ਪਤਾ 7 ਕਨਾਲ ਕਿਹੜੇ ਕੋਨੇ ਤੋਂ ਕਿੰਨੇ ਦੀ ਕਿਤੇ ਵਲੀ ਗਈ। ਤੋ ਡਿਮਾਰਕੇਸ਼ਨ ਕਰਾ ਲਓ, 7 ਕਨਾਲ ਉਹਦੇ ਤੋਂ ਲੈ ਲਓ ਵਾਪਸ। ਇੱਥੇ ਮੈਂ ਤੁਹਾਨੂੰ ਚੀਫ ਮਿਨਿਸਟਰ ਦੱਸਦਾ, ਪੁਰਾਣੇ ਨਾਂ ਨਹੀਂ ਲੈਣਾ, ਜਿਨ੍ਹਾਂ ਕੋਲ 300 ਕਿੱਲਾ ਇੱਥੇ ਹੀ ਹੈ। ਤੁਸੀਂ ਉਹਦੀ ਗੱਲ ਕਰੋ ਜਿੱਥੇ ਤੁਹਾਨੂੰ ਸੁਪਰੀਮ ਕੋਰਟ ਦੇ ਆਰਡਰ ਵੀ ਆ ਚੁੱਕੇ, ਜਿੱਥੇ ਤੁਹਾਨੂੰ ਹਾਈ ਕੋਰਟ ਦੇ ਆਰਡਰ ਵੀ ਆ ਚੁੱਕੇ ਖਾਲੀ ਕਰਾਉਣ ਦੇ, ਉਹ ਕਿਉਂ ਨਹੀਂ ਖਾਲੀ ਕਰਾਉਂਦੇ? ਪਹਿਲਾਂ ਉੱਧਰ ਆਓ ਨਾ। ਅਤੇ ਬਾਕੀ ਜਿਹੜੀ ਜਦੋਂ ਮਰਜ਼ੀ ਡਿਪਟੀ ਕਮਿਸ਼ਨਰ ਚਾਹੇ ਪੰਚਾਇਤ ਦੀ ਜ਼ਮੀਨ ਜਦੋਂ ਮਰਜ਼ੀ ਐਗਜ਼ੈਕਟਿਵ ਆਰਡਰ ਨਾਲ ਵਿਦ ਡੰਡੇ ਨਾਲ ਖਾਲੀ ਕਰਾ ਸਕਦਾ। ਔਰ ਖਾਲੀ ਕਰਾਓ, ਉਹਨਾਂ ਨੂੰ ਬਕਾਇਦਾ ਆਕਸ਼ਨ ਕਰੋ, ਠੇਕਿਆਂ 'ਤੇ ਚੜਾਓ ਔਰ ਆਪਦੇ ਪੈਸੇ ਕਮਾਓ। ਔਰ ਅਪ੍ਰੈਲ ਦੇ ਵਿੱਚ ਹੀ ਤੁਸੀਂ 50,000 ਕਰੋੜ ਇਕੱਠਾ ਕਰ ਸਕਦੇ ਜੇ ਖਾਲੀ ਕਰਾ ਜਾਓ ਤਾਂ, ਕਿਉਂਕਿ ਕਣਕਾਂ ਤੋਂ ਬਾਅਦ ਤੁਸੀਂ ਪੋਜੈਸ਼ਨ ਲੈਣੀ ਹੈ ਅਤੇ ਕਣਕਾਂ ਤੋਂ ਬਾਅਦ ਤੁਸੀਂ ਠੇਕੇ 'ਤੇ ਦੇਣੀ ਹੈ। ਇਮਾਨਦਾਰੀ ਕਰੋਗੇ ਤਾਂ ਪੈਸਾ ਤਾਂ ਫਿਰ ਜਿੰਨਾ ਮਰਜ਼ੀ ਇਕੱਠਾ ਕਰ ਲਓ। ਕਿੰਨੇ ਸਾਲਾਂ ਤੋਂ ਇਹ ਜਿਹੜੀ ਜ਼ਮੀਨ ਹੈ ਜਿਸ 'ਤੇ ਕਬਜ਼ਾ ਹੋਇਆ ਹੋਊਗਾ, ਫਿਰ ਤਾਂ ਅਸੀਂ ਕਿੰਨੇ ਹੀ ਜਿਹੜਾ ਅੱਜ ਇੰਨੇ ਘਾਟੇ 'ਤੇ ਮੈਨੂੰ ਲੱਗਦਾ ਉਹ ਤੋਂ ਕਈ ਗੁਣਾ ਜ਼ਿਆਦਾ ਅੱਜ ਅਸੀਂ ਪ੍ਰੋਫਿਟ ਦੇ ਵਿੱਚ ਹੋਣਾ ਸੀਗਾ। ਯੂ ਕੈਨ ਕਲੇਮ ਮੁਆਵਜ਼ਾ ਆਲਸੋ ਫਰਮ ਦੈਮ। ਤੂੰ ਮੈਂ 20 ਸਾਲ ਦਾ ਕਬਜ਼ਾ ਕਰੀ ਬੈਠਾ ਅਤੇ ਮੇਰੇ ਤੋਂ ਪਾਓ ਮੇਰੇ 'ਤੇ ਕੇਸ। ਘੱਟੋ ਘੱਟ ਤੁਸੀਂ ਉੱਥੋਂ ਦਾ ਲੈ ਕੇ ਲੈਟਸ 30,000 ਕਿੱਲੇ ਦੇ ਤੁਸੀਂ ਉਹਨਾਂ ਨੂੰ ਘੱਟੋ ਘੱਟ ਹੀ ਪਾਓ। 30,000 ਕਿੱਲੇ ਦਾ ਰਿਕਵਰੀ ਕਰੋ ਪੈਸੇ ਉਹਨਾਂ ਤੋਂ। ਕਿਵੇਂ ਨਜਾਇਜ਼ ਕਬਜ਼ਾ ਕਰਦੇ ਕਿਵੇਂ ਯੂਜ਼ ਕਰਦੇ ਰਹੇ, ਕਿਵੇਂ ਉਹਨਾਂ ਨੇ ਖੱਟਿਆ ਕਮਾਇਆ, ਤੋ ਰਿਕਵਰ ਕਰੋ। ਤੋ ਇਹ ਤਾਂ ਸਰਕਾਰ ਦੀ ਮਨਸ਼ਾ ਹੋਣੀ ਚਾਹੀਦੀ ਜੀ, ਕੋਈ ਪੈਸੇ ਦੀ ਘਾਟ ਨਹੀਂ ਹੈਗੀ। ਹੁਣ ਮੈਂ ਦੇਖ ਰਿਹਾ ਸੀ ਰਾਤ TV ਭਾਰਤ 9 'ਤੇ ਜੀ ਪੰਜਾਬ ਡੁੱਬਿਆ ਪਿਆ, ਪੰਜਾਬ ਦਾ ਵੀ ਸ਼੍ਰੀਲੰਕਾ ਵਾਲਾ ਹਾਲ ਹੋ ਸਕਦਾ ਜੀ, ਰਾਜਸਥਾਨ ਦਾ ਵੀ ਸ਼੍ਰੀਲੰਕਾ ਵਾਲਾ ਹਾਲ ਹੋ ਸਕਦਾ ਜੀ। ਉਹ ਸਾਡਾ ਕਿਉਂ ਹਾਲ ਹੋਇਆ ਸ਼੍ਰੀਲੰਕਾ ਦਾ? ਅਸੀਂ ਸਾਰੇ ਹਿੰਦੁਸਤਾਨ ਨੂੰ ਖਵਾਉਣ ਵਾਲੇ ਬੰਦੇ ਹੈਂ। ਸਾਡੇ ਘਰ ਤਾਂ ਸਾਰੇ ਘਰਾਂ 'ਚ ਦਾਣੇ ਪਏ ਨੇ, ਸਾਡਾ ਸ਼੍ਰੀਲੰਕਾ ਵਾਲਾ ਕਿਉਂਕਿ ਉਹਨਾਂ ਨੇ ਬਦਨਾਮ ਕਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਆਮ ਭਗਵੰਤ ਮਾਨ ਦੀ ਸਰਕਾਰ ਨੂੰ। ਔਰ ਇਹ ਸ਼੍ਰੀਲੰਕਾ ਵਾਲੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰਤੀਆਂ ਨੇ। ਪੰਜਾਬ ਬੈਂਕਰਪਟ ਹੈ ਜੀ, ਪੰਜਾਬ ਦੇ ਕੱਲ੍ਹ ਕਿਸੇ ਵੀ ਜੇ ਸੈਂਟਰ ਨੇ ਸਪੋਰਟ ਨਾ ਦਿੱਤੀ ਅਤੇ ਕੱਲ੍ਹ ਨੂੰ ਪੰਜਾਬ ਦਾ ਵੀ ਸ਼੍ਰੀਲੰਕਾ ਵਾਲਾ ਹਾਲ ਹੋਇਆ ਹੀ ਰਹੋ। ਇਹ ਦਿਸ ਥਿੰਗਸ ਹੈਵ ਆਲਰੇਡੀ ਸਟਾਰਟਿਡ। ਅਤੇ ਇਹ ਤਾਂ ਹੁਣ ਭਗਵੰਤ ਮਾਨ ਨੂੰ ਸੰਗਿਆਨ ਲੈਣਾ ਚਾਹੀਦਾ, ਲੈ ਕੇ ਅਤੇ ਫਟਾਫਟ ਜੋ ਕੰਮ ਕਰਦੇ ਨੇ 2-3 ਮਹੀਨਿਆਂ 'ਚ ਕਰੋ, ਨਹੀਂ ਤਾਂ ਫਿਰ ਤਨਖਾਹਾਂ ਦੇਣ ਨੂੰ ਤਾਂ ਪੈਸੇ ਹੈ ਹੀ ਨਹੀਂ। ਫਿਰ ਤਾਂ ਉਹੀ ਗੱਲ ਹੋ ਜਾਣੀ ਹੈ ਕਿ ਉਹ ਜਿਵੇਂ ਟੀਚਰ ਵਿਚਾਰਾ 3 ਮਹੀਨੇ ਤਨਖਾਹ ਨਹੀਂ ਦਿੱਤੀ, ਉਹ ਫਾਇਆ ਲੈ ਕੇ ਮਰ ਗਿਆ। ਬੱਚੇ ਪਾਲਦੇ ਨੇ ਘਰ, ਬੱਚੇ ਭੁੱਖੇ ਬੈਠੇ, ਤੁਸੀਂ ਤਨਖਾਹ ਨਹੀਂ ਦਿਓਗੇ ਤਾਂ ਉਹਨਾਂ ਦਾ ਮਰਨਾ ਹੀ ਹੈ। ਤੋ ਇਸ ਕਰਕੇ ਵੈਰੀ ਹਾਰਡ ਡਿਸੀਜਨ ਹੈਜ਼ ਟੂ ਬੀ ਟੇਕਨ, ਅਰਜੈਂਟਲੀ ਲੈਣੇ ਪੈਣਗੇ, ਜਲਦੀ ਲੈਣੇ ਪੈਣਗੇ। ਕੀ ਲੱਗਦਾ ਕਿ ਜੇ ਸਰਕਾਰ ਆਪਣੀ ਆਈ 'ਤੇ ਆਵੇ ਤਾਂ ਜਿਹੜੇ ਨਜਾਇਜ਼ ਕਬਜ਼ੇ ਨੇ ਕਿੰਨੇ ਕੁ ਟਾਈਮ ਦੇ ਵਿੱਚ ਛੁਡਵਾ ਸਕਦੀ ਹੈ ਅਤੇ ਇਸ ਨੂੰ ਜਿਹੜਾ ਦੁਬਾਰਾ ਤੋਂ ਜਿਹੜਾ ਇਹਦੇ ਤੋਂ ਇਨਕਮ ਇਕੱਠੀ ਕਰੀ ਜਾ ਸਕਦੀ? 24 ਘੰਟਿਆਂ 'ਚ 24 ਘੰਟਿਆਂ 'ਚ ਅਪ੍ਰੈਲ ਦੇ ਵਿੱਚ ਕਣਕ ਵੱਢੀ ਜਾਣੀ ਹੈ ਅਤੇ ਨੈਕਸਟ ਡੇ ਜਾ ਕੇ ਕਬਜ਼ੇ ਕਰਕੇ ਅਤੇ ਮਾਰ ਕੇ ਜੁੱਤੀਆਂ ਦੇ ਨਾਲੇ ਦਿਓ ਅੰਦਰ, ਅਤੇ ਨਾਲੇ ਉਹਨਾਂ ਦੀ ਔਕਸ਼ਨ ਕਰੋ ਅਗਲੀ ਫਸਲ ਵਾਸਤੇ। ਸਾਉਣੀ ਬੀਜਣੀ ਹੈ, ਲੋਕ ਧੜਾ ਧੜ ਖਰੀਦਣਗੇ। 50,000 ਕਿੱਲਾ ਦਾ ਠੇਕਾ ਨਹੀਂ ਤਾਂ 40,000 ਤਾਂ ਲੋਕ ਹੱਥਾਂ 'ਤੇ ਲਈ ਫਿਰਦੇ ਆ। ਉਸ ਕਣਕ 'ਤੇ ਵੀ ਪੰਜਾਬ ਸਰਕਾਰ ਦਾ ਹੀ ਹੱਕ ਹੈ? ਹੱਕ ਤਾਂ ਹੈਗਾ, ਚਲੋ ਫਿਰ ਇੰਨੀ ਜਾਸਤੀ ਨਾ ਵੀ ਕਰਨ ਕੋਈ ਫਰਕ ਨਹੀਂ ਪੈਂਦਾ। ਵੱਢ ਲੈਣ ਦੇਣ ਉਹਨਾਂ ਨੂੰ ਜਿਨ੍ਹਾਂ ਨੇ ਬੀਜੀ ਹੈ, ਹੱਕ ਤਾਂ ਹੈਗਾ ਹੀ ਹੈ, ਭਾਵੇਂ ਆਪ ਵੀ ਵੱਢ ਲੈਣ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਨਾ ਕਰਨ, ਕਿਉਂਕਿ ਫਿਰ ਬਦਨਾਮੀ ਤਾਂ ਹੈਗੀ। ਸਰਕਾਰਾਂ ਐਂ ਤਾਂ ਨਹੀਂ ਚੱਲਦੀਆਂ, ਧੱਕੇਸ਼ਾਹੀ। ਰਾਸ਼ਨ ਵੀ ਘਰ ਦੇ ਵਿੱਚ ਪਹੁੰਚਾਉਣਾ ਹੈ ਪੰਜਾਬ ਸਰਕਾਰ ਨੇ, ਫਿਰ ਤਾਂ ਸੌਖਾ ਹੋ ਜਾਊਗਾ। ਚਲ ਰਾਸ਼ਨ ਦਾ ਤਾਂ ਮੈਂ ਨਹੀਂ, ਦੇਖੋ ਜੀ ਇਹ ਜਿਹੜੀਆਂ ਗਰੰਟੀਆਂ ਜਾਂ ਰਾਸ਼ਨ ਜਾਂ ਅਨਾਊਂਸਮੈਂਟ, ਇਹਦੇ 'ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਟ ਇਜ਼ ਨਾਟ ਆਲ ਦੈਟ ਈਜ਼ੀ। ਜਦੋਂ ਮੇਰੇ ਘਰ ਦੇ ਨਾਲ ਡੀਪੂ ਤੇ ਮੈਂ ਜਾ ਕੇ ਉੱਥੋਂ ਕਣਕ ਜਦੋਂ ਮਰਜ਼ੀ ਲੰਘਦਾ ਟੱਪਦਾ ਲੈ ਸਕਣਾ, ਅਤੇ ਤੁਸੀਂ ਮੇਰੇ ਘਰ ਕਿਉਂ ਪਹੁੰਚਾਉਣਾ ਰਾਸ਼ਨ? ਤੁਸੀਂ ਮੇਰੇ ਘਰ ਦੇਣ ਆਓ ਅਤੇ ਮੈਂ ਅੱਗੇ ਘਰ ਹੀ ਨਾ ਹੋਵਾਂ। ਤੋ ਇਹ ਤਾਂ these moves are not viable moves। ਅਤੇ ਜਿਵੇਂ ਡੀਪੂ ਸਿਸਟਮ ਚੱਲ ਰਿਹਾ, ਤੁਸੀਂ ਉਹਨਾਂ ਨੂੰ ਇਸ਼ੋਰ ਕਰੋ ਕਿ ਸਾਰਾ ਮਾਲ ਤਾਂ ਬਾਹਰ ਵਿਕ ਜਾਂਦਾ, ਲੋਕਾਂ ਨੂੰ ਤਾਂ ਮਿਲਦਾ ਨਹੀਂ ਉੱਥੋਂ। ਘਰ ਪਹੁੰਚਾਉਣ ਦੀ ਬਜਾਏ ਨਾ ਉੱਥੇ ਹੀ ਪਾਰਦਰਸ਼ੀ ਰੱਖੋ ਕਿ ਜੋ ਤੁਸੀਂ ਖੰਡ ਦਿੰਦੇ ਜੇ ਉਹਨਾਂ ਨੂੰ, ਜੋ ਤੁਸੀਂ ਕਣਕ ਦਿੰਦੇ ਜੇ, ਇੱਕ ਤਾਂ ਇਹ ਕਣਕ ਖਾਣ ਵਾਲੀ ਹੈ, ਇਟਸ ਵਰਥ ਈਟਿੰਗ, ਜੋ ਸਪਲਾਈ ਹੋ ਰਹੀ ਹੈ। ਇੱਕ ਜਿਹੜਾ ਤੁਸੀਂ ਦਿੰਦੇ ਜੇ ਕਿ ਉਹ ਵਾਕਿਆ ਵੰਡਿਆ ਜਾਂਦਾ, ਉਹ ਕਾਰਡ ਐਵੇਂ ਨਕਲੀ ਬਣਾ ਕੇ 4-4 ਹਜ਼ਾਰ ਨਕਲੀ ਕਾਰਡ ਬਣਾਏ ਹੋਏ ਨੇ ਡੀਪੂ ਹੋਲਡਰਾਂ ਨੇ, ਉਹ ਉਂਝ ਹੀ ਭਰ ਕੇ ਸਾਰਾ ਬਾਜ਼ਾਰ 'ਚ ਵੇਚ ਦਿੰਦੇ
ਹਾਂਜੀ 3 ਰੁਪਏ ਦੀ ਕਣਕ ਤੇ ਵਿੱਚ 2000 ਵਾਲੀ ਲੈ ਲਈ ਤੇ ਅੱਧੋ ਅੱਧ ਮਿਕਸ ਕੀਤੀ ਤੇ ਆਟਾ ਵੇਚਤਾ ਬਣਾ ਕੇ। ਇਹ ਚੱਕੀਆਂ ਵਾਲੇ ਆਮ ਕੰਮ ਕਰ ਰਹੇ ਨੇ, ਡਿਪੂਆਂ ਦੀ ਕਣਕ ਤਾਂ ਦੀ ਚੱਕੀਆਂ ਵਾਲਿਆਂ ਕੋਲ ਜਾਂਦੀ ਹੈ। ਤੁਸੀਂ ਸੁਧਾਰ ਹੀ ਲਿਆਓ, ਇੰਨਾ ਹੀ ਬਹੁਤ ਹੈ ਘਰ ਨਾਲੋਂ। ਸੋ ਚਲੋ ਐਨੀਵੇ ਲੱਗੇ ਤਾਂ ਹੋਏ ਨੇ ਬੜੀ ਜ਼ੋਰ ਸ਼ੋਰ ਨਾਲ। ਇਸ ਤੋਂ ਇਲਾਵਾ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿਹੜੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਇਹਨਾਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ, ਉਹ ਆਸਾਨ ਰਹੂਗਾ। ਮੈਂ ਤਾਂ ਕਹਿੰਦਾ ਜੀ ਕਿੱਥੇ ਕੀ ਬੋਲੀਏ ਤੇ ਕੀ ਨਾ ਬੋਲੀਏ। ਸਾਡੀ 10,000 ਕਿੱਲਾ ਤਾਂ ਸ਼੍ਰੋਮਣੀ ਕਮੇਟੀ ਦੀ ਜ਼ਮੀਨ 'ਤੇ ਹੀ ਕਬਜ਼ਾ ਹੈ, ਔਰ ਮੈਂਬਰਾਂ ਨੇ ਕੀਤਾ ਹੋਇਆ ਹੈ, ਮੈਂਬਰਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਕਰਾਇਆ ਹੋਇਆ। ਕੀ ਬੋਲੋ ਤੇ ਕੀ ਨਾ ਬੋਲੋ। ਸ਼੍ਰੋਮਣੀ ਕਮੇਟੀ ਦੀ ਜ਼ਮੀਨ 'ਤੇ, ਸ਼੍ਰੋਮਣੀ ਕਮੇਟੀ ਦੀ ਜ਼ਮੀਨ 'ਤੇ ਯਾਰ 100 ਕਿੱਲਾ ਉੱਥੇ ਆਪਣਾ ਰਮਦਾਸ 'ਚ ਕਬਜ਼ਾ ਹੈ, 2000 ਕਿੱਲੇ ਉੱਥੇ ਅਜਨਾਲੇ ਦੇ ਨੇੜੇ ਕਿਹੜਾ ਗੁਰਦੁਆਰਾ ਹੈ ਉੱਥੇ ਕਬਜ਼ਾ ਹੈ। ਬੜੇ ਕਬਜ਼ੇ ਨੇ। ਸ਼੍ਰੋਮਣੀ ਕਮੇਟੀ ਕੋਲ ਘੱਟ ਜ਼ਮੀਨ ਹੈ, ਸਾਰੀ ਕੌਡੀਆਂ ਦੇ ਭਾਅ 'ਤੇ ਠੇਕੇ 'ਤੇ ਦਿੱਤੀ ਹੋਈ ਹੈ। ਫਿਰ ਕਹਿੰਦੇ ਜੀ ਸ਼੍ਰੋਮਣੀ ਕਮੇਟੀ ਘਾਟੇ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਅੱਜ ਚਾਹੇ ਤਾਂ 200 ਕਰੋੜ 400 ਕਰੋੜ ਇਕੱਠਾ ਕਰ ਸਕਦੀ ਹੈ, ਸਹੀ ਔਕਸ਼ਨ ਕਰਦੇ ਉਹਦੀ ਜ਼ਮੀਨ ਦੀ। ਸੋ ਤੂੰ ਬਾਕੀ ਤਾਂ ਛੱਡੋ, ਬਾਕੀ ਧਾਰਮਿਕ ਸੰਸਥਾਵਾਂ ਤਾਂ ਚਲੋ ਜਿਹੜੇ ਸਾਧ ਸੰਤ ਹੁੰਦੇ ਨੇ ਕਬਜ਼ੇ ਕਰਦੇ ਹੁੰਦੇ ਨੇ ਆਲੇ ਦੁਆਲੇ। ਤੁਸੀਂ ਸਾਡੀ ਸ਼੍ਰੋਮਣੀ ਕਮੇਟੀ ਦੀ ਗੱਲ ਕਰੋ, ਉਹਨੂੰ ਪੁੱਛੋ ਕਿੰਨੇ ਹਜ਼ਾਰ ਕਿੱਲਾ ਜ਼ਮੀਨ ਹੈ। ਇੱਕ ਵਾਈਟ ਪੇਪਰ ਪਬਲਿਸ਼ ਕਰਨ। ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਦਾ ਕਿ ਖਾਲੀ ਭਾਸ਼ਣ ਦੇਣ ਨਾਲ ਜਥੇਦਾਰ ਜੀ ਕੁਝ ਨਹੀਂ ਬਣਦਾ। ਕੌਮਾਂ ਭਾਸ਼ਣ ਦੇਣ ਨਾਲ ਨਹੀਂ ਸੰਭਾਲੀਆਂ ਜਾਂਦੀਆਂ, ਕੌਮਾਂ ਨੂੰ ਸੇਧ ਦੇਣੀ ਪੈਂਦੀ ਹੈ। ਔਰ ਜਿਹੜਾ ਤੁਸੀਂ PTC ਵਾਲਾ ਕਦਮ ਚੁੱਕਿਆ ਹੁਣ ਚੁੱਕਿਆ, ਜਦੋਂ ਸਾਰਾ ਮਾਮਲਾ ਬੇੜਾ ਗਰਕ ਹੋ ਗਿਆ ਤੇ ਹੁਣ ਤਾਂ ਤੁਹਾਨੂੰ ਚੁੱਕਣਾ ਹੀ ਪੈਣਾ ਸੀ। ਆਹ ਜ਼ਮੀਨਾਂ ਵਾਲਾ ਵੀ ਚੁੱਕ ਲਓ, ਕਰਵਾਓ ਖਾਲੀ। ਤੁਹਾਡੇ ਕੋਲ ਤਾਂ ਆਪਦੀ ਟਾਸਕ ਫੋਰਸ ਹੈ, ਤੁਹਾਨੂੰ ਤਾਂ ਜ਼ਰੂਰਤ ਹੀ ਨਹੀਂ ਬੰਦੇ ਬਾਹਰੋਂ ਹਾਇਰ ਕਰਨ ਦੀ। ਜਾਓ ਤੇ ਪ੍ਰੋਪਰ ਔਕਸ਼ਨ ਕਰੋ ਉਹਨਾਂ ਦੀ। ਛੱਡੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਰਿਸ਼ਤੇਦਾਰਾਂ ਦੇ ਮੈਂਬਰਾਂ ਨੂੰ, ਮੈਂਬਰ ਹੀ ਕਬਜ਼ਾ ਕਰੀ ਬੈਠੇ 50-50 ਕਿੱਲੇ ਤੋ 2-2 ਹਜ਼ਾਰ 5-5 ਹਜ਼ਾਰ ਰੁਪਏ ਠੇਕਾ ਦੇ ਦਿੰਦੇ। ਤੋ ਸਾਰੇ ਆਵਾ ਉੱਤੇ ਪਏ ਨੇ ਬਈ ਪੰਜਾਬ ਨੂੰ ਤਾਂ ਸੁਧਾਰਨਾ ਪੈਣਾ ਹੀ ਹੈ। ਤੇ ਇਹ ਨਹੀਂ ਸੁਧਾਰਨਗੇ ਤੇ ਇਹਨਾਂ ਨੂੰ ਹੁਣ 5 ਸਾਲ ਨੇ, 5 ਸਾਲਾਂ 'ਚ ਕੁਛ ਤਾਂ ਕਰਨਾ ਹੀ ਪਊਗਾ। ਚੈਨਲ ਦਾ ਨਾਮ ਲਿਆ ਜਿਹੜਾ ਤੁਸੀਂ ਮੁੱਦੇ ਦੀ ਗੱਲ ਕਰ ਰਹੇ ਹੋ ਕਿ ਜਿੱਥੇ ਇੱਕ ਪਰਮਿਸ਼ਨ ਦਿੱਤੀ ਹੋਈ ਸੀ ਕਿ ਜਿਹੜੀ ਸਰਬ ਸਾਂਝੀ ਗੁਰਬਾਣੀ ਹੈ ਸਿਰਫ ਉਸੇ ਚੈਨਲ 'ਤੇ ਚੱਲ ਸਕਦੀ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਹੋਰਾਂ ਨੇ ਇਹ ਵੀ ਕਿਹਾ ਕਿ ਅਪੀਲ ਕੀਤੀ ਹੈ ਸ਼੍ਰੋਮਣੀ SGPC ਨੂੰ ਕਿ ਤੁਸੀਂ ਸਾਨੂੰ ਜਿਹੜਾ ਦੱਸੋ, ਅਸੀਂ ਸੇਵਾ ਸਾਨੂੰ ਲਾਓ, ਅਸੀਂ ਸਾਰਾ ਖਰਚਾ ਕਰਾਂਗੇ, ਪੂਰੀ ਨਵੀਂ ਟੈਕਨੋਲੋਜੀ ਦੇ ਨਾਲ ਅਸੀਂ ਆਉਣ ਦੇ ਲਈ ਤਿਆਰ ਹਾਂ, ਅਸੀਂ ਪੂਰਾ ਖਰਚਾ ਕਰਨ ਦੇ ਲਈ ਤਿਆਰ ਹਾਂ, ਸਾਨੂੰ ਦਿਓ, ਅਸੀਂ ਗੁਰਬਾਣੀ ਦਾ ਜਿਹੜਾ ਸਰਬ ਸਾਂਝੀ ਗੁਰਬਾਣੀ ਦਾ ਪ੍ਰਚਾਰ ਹੈ ਉਹ ਦੇਸ਼ ਦੁਨੀਆ ਦੇ ਵਿੱਚ ਕਰਾਂਗੇ। ਬਹੁਤ ਵਧੀਆ ਉਪਰਾਲਾ ਔਰ ਮੈਂ ਬਹੁਤ ਤਾਰੀਫ ਕਰਦਾ ਸੀ। ਮੈਂ ਤਾਂ ਜਿੱਦਣ ਭਗਵੰਤ ਮਾਨ ਦਾ ਬਿਆਨ ਆਇਆ ਸੀ ਮੈਂ ਉਦੋਂ ਹੀ ਬੜੀ ਤਾਰੀਫ ਕੀਤੀ ਸੀ। ਔਰ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਨਹੀਂ ਤੁਸੀਂ ਆਪਦਾ ਰਾਜ ਸੰਭਾਲੋ ਤੇ ਰਾਜ ਸੰਭਾਲੋ ਤੁਸੀਂ ਸਾਡੇ ਦਖਲ ਨਾਲ ਤੁਸੀਂ ਆਪਦੇ ਰਾਜ ਨਾਲ, ਅਸੀਂ ਆਪੇ ਸ਼੍ਰੋਮਣੀ ਕਮੇਟੀ ਸੰਭਾਲ ਲਾਂਗੇ। ਫਿਰ ਜਿਹੜਾ 500 ਕਰੋੜ ਰੁਪਇਆ ਜਦੋਂ 300 ਸਾਲ ਦਾ ਮਨਾਇਆ, ਜਦੋਂ 400 ਸਾਲ ਦਾ 450 ਗੁਰੂ ਨਾਨਕ, ਉਦੋਂ ਕਿਉਂ ਹਜ਼ਾਰਾਂ ਕਰੋੜ ਰੁਪਇਆ ਸਰਕਾਰ ਤੋਂ ਲਿਆ ਜੇ ਹੈਂ? ਅਗਰ ਤੁਸੀਂ ਨਹੀਂ ਬਣਾ ਸਕਦੇ ਤੇ ਤੁਹਾਨੂੰ ਸਰਕਾਰ ਤੁਹਾਨੂੰ ਦਿੰਦੀ ਹੈ ਤੇ ਤੁਹਾਨੂੰ ਹਰਜ ਕੀ ਹੈ? ਧਰਮ ਵਾਸਤੇ ਦੇ ਰਹੀ ਨਾ, ਤੈਨੂੰ ਰਿਸ਼ਵਤ ਤਾਂ ਨਹੀਂ ਦੇ ਰਹੀ ਤੁਹਾਨੂੰ। ਤੋ ਇਟ ਸ਼ੁੱਡ ਬੀ ਐਕਸੈਪਟਡ ਇਮੀਡੀਏਟਲੀ। ਤੇ ਸਾਰਾ ਪ੍ਰਚਾਰ ਦੇਖੋ ਬਾਦਲਾਂ ਦੇ ਚੈਨਲ 'ਤੇ ਹੀ ਪ੍ਰਚਾਰ ਕਿਉਂ ਹੋਵੇ? ਬਾਦਲਾਂ ਦੇ ਚੈਨਲ 'ਤੇ ਜਦੋਂ ਪ੍ਰਚਾਰ ਕਰਦੇ ਨੇ ਵਿੱਚ ਬਾਦਲਾਂ ਦੀ ਐਡ ਆਉਂਦੀ ਹੈ, ਐਡ ਬਾਦਲਾਂ ਦੀ ਆਉਂਦੀ ਹੈ, ਪ੍ਰਚਾਰ ਗੁਰਬਾਣੀ ਦਾ ਹੁੰਦਾ। ਤੋ ਦੇਖੋ ਬਾਈ ਕੰਪਲਸ਼ਨ ਹੈ ਕਿਉਂਕਿ ਸਿੱਖ ਸਾਰੀ ਦੁਨੀਆ 'ਚ ਬੈਠੇ ਨੇ ਔਰ ਉਹਨਾਂ ਨੇ ਉਹ ਗੁਰਬਾਣੀ ਸੁਣਨੀ ਹੈ। ਹਾਂਜੀ, ਅਤੇ ਉਹ ਪ੍ਰਚਾਰ ਵੀ ਨਾਲ ਬਾਦਲਾਂ ਦਾ ਉਹਨਾਂ ਨੇ ਦੇਖਣਾ ਹੀ ਪੈਣਾ। ਤੋ ਇਸ ਕਰਕੇ ਇਹ ਬਹੁਤ ਵਧੀਆ ਉਪਰਾਲਾ ਹੈ, ਬਿਲਕੁਲ ਐਕਸੈਪਟ ਕਰ ਲੈਣਾ ਚਾਹੀਦਾ। ਭਗਵੰਤ ਮਾਨ ਦਾ ਜਿਹੜਾ ਉਹਨਾਂ ਨੇ ਆਫਰ ਦਿੱਤੀ ਹੈ 100-200 ਕਰੋੜ ਜਿੰਨਾ ਲੱਗਦਾ ਤੁਹਾਨੂੰ ਆਪੇ ਸੈਂਕਸ਼ਨ ਲੈ ਕੇ ਦੇਣਗੇ, ਆਪੇ ਤੁਹਾਨੂੰ ਬਣਾ ਕੇ ਦੇਣਗੇ, ਤੁਸੀਂ ਚਲਾਓ। ਜਦੋਂ ਅਮਰਿੰਦਰ ਸਿੰਘ ਨੇ ਮਨਾਇਆ ਪੈਸਾ ਦਿੱਤਾ ਨਾ ਬਾਬੇ ਨਾਨਕ ਦਾ, ਹਾਂ ਉਦੋਂ ਕਿਉਂ ਪੈਸੇ ਲਏ? ਉਦੋਂ ਸਰਕਾਰ ਨੂੰ ਕਿਉਂ ਇਨਵੋਲਵ ਕੀਤਾ? ਹੁਣ ਇਹ ਸਰਕਾਰ ਮਾੜੀ ਲੱਗਦੀ ਹੈ ਕਿਉਂਕਿ ਇਹ ਤੁਹਾਡੀ ਪਸੰਦ ਵਾਲੀ ਸਰਕਾਰ ਨਹੀਂ ਨਾ, ਇਸ ਕਰਕੇ ਮਾੜੀ ਲੱਗਦੀ ਵੀ ਇਹ ਨਾ ਕ੍ਰੈਡਿਟ ਲੈ ਜਾਣ। ਸੋ ਉਹਨਾਂ ਦੀ ਆਪਦੀ ਮਰਜ਼ੀ ਹੈ, ਨਹੀਂ ਲੈਂਦੇ ਨਾ ਲੈਣ, ਪਰ ਚੇਂਜ ਤਾਂ ਕਰਨਾ ਇਹਨੂੰ। ਤੁਹਾਡੀ ਰਾਏ ਕੀ ਕਹਿੰਦੀ ਹੈ ਕਿ ਜਿਹੜੇ ਇਸ ਕਬਜ਼ੇ ਨੂੰ ਲੈ ਕੇ ਵੀ ਸਰਕਾਰ ਵਚਨਬੱਧ ਹੈਗੀ ਹੈ, ਕਰੂਗੀ ਕੁਛ, ਜਾਂ ਫਿਰ ਪਹਿਲੇ ਵਾਲਾ ਹਾਲ ਹੀ ਰਹੂਗਾ? ਜ਼ਮੀਨ 'ਤੇ ਕਬਜ਼ੇ ਤਾਂ ਇਹਨਾਂ ਨੂੰ ਕਰਨੇ ਹੀ ਪੈਣਗੇ, ਇਹ ਤਾਂ ਇਹਨਾਂ ਨੂੰ ਛਡਾਉਣੀ ਹੀ ਪਊਗੀ। ਫਿਰ ਤਾਂ ਕੋਈ ਫਰਕ ਹੀ ਨਾ ਪਿਆ। ਫਿਰ ਰੈਵੋਲੂਸ਼ਨਰੀ ਹੈ। ਦੇਖੋ ਇਹ ਰੈਵੋਲੂਸ਼ਨ ਨਹੀਂ ਹੈ, ਰੈਵੋਲੂਸ਼ਨ ਨਾਲ ਹੀ ਇਹ ਸਰਕਾਰ ਆਈ ਹੈ। ਅਤੇ ਪੰਜਾਬ ਦੇ ਲੋਕਾਂ ਦੀਆਂ ਬੜੀਆਂ ਆਸ਼ਾਵਾਂ ਇਹਨਾਂ ਦੇ ਉੱਤੇ ਨੇ, ਬੜੀ ਤਾਂਘ ਹੈ ਕਿ ਆਹ ਵੀ ਹੋਏਗਾ, ਆਹ ਵੀ ਹੋਏਗਾ, ਆਹ ਵੀ ਹੋਏਗਾ। ਬਲਕਿ ਇਹ ਜਿੰਨਾ ਚਾਹੁੰਦੇ ਉਸ ਤੋਂ ਵੀ ਜ਼ਿਆਦਾ 10 ਗੁਣਾ ਜ਼ਿਆਦਾ ਨੇ।
ਔਰ ਜਿਸ ਤਰ੍ਹਾਂ ਇਹ ਕੰਮ ਸ਼ੁਰੂ ਹੋਇਆ ਸੀ ਨਾ, ਤੇ ਮੁੜ ਕੇ ਇਹਨਾਂ ਨੇ ਕੰਟਰੋਲ ਕੀਤਾ। ਜਿਵੇਂ ਹਰ ਅਫਸਰ ਨੂੰ ਦੁਕਾਨ ਲੱਗ ਗਏ, ਟੀਚਰ ਨੂੰ ਦੁਕਾਨ ਲੱਗ ਗਏ, ਤਹਿਸੀਲਦਾਰ ਨੂੰ ਦੁਕਾਨ ਲੱਗ ਗਏ, ਜਿਹੜਾ ਮਰਜ਼ੀ ਡਾਂਗ ਸੋਟਾ ਫੜ ਕੇ ਬਹਿ ਗਿਆ। ਉਹ ਬੜੀ ਅੱਛੀ ਗੱਲ ਹੈ ਕਿ ਇਹਨਾਂ ਨੇ ਫਟਾਫਟ ਉਹਨਾਂ ਨੂੰ ਡੈਮੇਜ ਕੰਟਰੋਲ ਵਾਪਸ ਕਰ ਲਿਆ। ਤੋ ਇਹ ਜੇ ਇਹ ਨਹੀਂ ਕਰਨਗੇ ਤੇ ਫਿਰ 2024 'ਚ ਹੈ, ਫਿਰ ਲੋਕਾਂ ਨੇ ਇਹਨਾਂ ਨੂੰ ਵੀ ਘੇਰ ਕੇ ਕੱਲ ਦੇਖੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੰਨੀ ਅਵੇਅਰਨੈਸ ਆ ਗਈ ਹੈ, ਅਗਰ ਤੁਸੀਂ ਡਿਲੀਵਰ ਨਹੀਂ ਕਰੋਗੇ ਤੇ ਲੋਕਾਂ ਨੇ ਤੁਹਾਨੂੰ ਵੀ ਘੇਰਨਾ ਸ਼ੁਰੂ ਕਰ ਦੇਣਾ। ਮਤ ਸੋਚੋ ਕਿ 5 ਸਾਲ ਸਾਨੂੰ ਕਿਸੇ ਨੇ ਪੁੱਛਣਾ ਨਹੀਂ, 6 ਮਹੀਨੇ ਤਾਂ ਤੁਹਾਨੂੰ ਦੇਣੇ ਹੀ ਦੇਣੇ ਲੋਕਾਂ ਨੇ। ਦੇਖੋ 6 ਮਹੀਨੇ ਤਾਂ ਯੂ ਹੈਵ ਟੂ ਡਿਲੀਵਰ ਵਿਦਿਨ 6 ਮੰਥਸ। ਅੱਜ ਤਾਂ ਅਲਾਉਦੀਨ ਦਾ ਚਿਰਾਗ ਤਾਂ ਹੈ ਨਹੀਂ ਕਿ ਭਗਵੰਤ ਮਾਨ ਕੱਲ੍ਹ ਨੂੰ ਤੁਹਾਨੂੰ ਕੋਈ ਦੇ ਦੂਗਾ ਦੀਵਾ ਬਾਲ ਕੇ, ਲੇਕਿਨ ਗਿਵ ਹਿਮ 6 ਮੰਥਸ। ਹਰ ਉਹ ਕੰਮ ਕਰਨੇ ਪੈਣਗੇ ਜਿਹੜੇ ਇਹ ਜ਼ਮੀਨਾਂ ਵੀ ਲੈਣੀਆਂ ਪੈਣਗੀਆਂ, ਹੋਰ ਵੀ ਲੈਣੇ ਪੈਣਗੇ, ਬਾਕੀ ਵੀ ਕੰਮ ਕਰਨੇ ਪੈਣਗੇ, ਜੋ ਇਹਨਾਂ ਨੇ ਪ੍ਰੋਮਿਸ ਕੀਤੇ ਉਹ ਵੀ ਕਰਨੇ ਪੈਣਗੇ। ਨਹੀਂ ਕਰਨਗੇ ਤੇ ਇਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਫਰੋਸ਼ੀਅਸ ਤਰੀਕੇ ਨਾਲ ਲੋਕੀ ਘੇਰਨਗੇ, ਕਿਉਂਕਿ ਇਹਨਾਂ ਤੋਂ ਬੜੀਆਂ ਆਸ਼ਾਵਾਂ ਨੇ। ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਸੋ ਦੋਸਤੋ, ਹਾਲੇ ਤਾਂ ਸਿਰਫ ਜਲੰਧਰ ਡਿਵੀਜ਼ਨ ਦੇ 8 ਜ਼ਿਲ੍ਹਿਆਂ ਦੀ ਜਿਹੜੀ ਰਿਪੋਰਟ ਆਈ ਹੈ ਜਿੱਥੇ ਨਜਾਇਜ਼ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ੇ ਹੋਏ ਨੇ। 10,000 ਏਕੜ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਤੇ ਬੜੇ ਜਿਹੜੇ ਨਾਮੀ ਚਿਹਰੇ, ਬੜੇ ਰਾਜਨੀਤਾ ਦੇ ਜਿਹੜੇ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਉਹ ਬੇਨਕਾਬ ਹੋਏ ਨੇ। ਤੇ ਜਦੋਂ ਪੂਰੇ ਪੰਜਾਬ ਦੇ ਅੰਦਰ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਸ ਦੀ ਰਿਪੋਰਟ ਬਣੂਗੀ ਤਾਂ ਬੜੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਵੀ ਹੋਣਗੇ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਸਿੱਧੂ ਸਾਹਿਬ ਦਾ ਇਹ ਮੰਨਣਾ ਹੈ ਕਿ ਜੇ ਸਰਕਾਰ ਚਾਹਵੇ ਤਾਂ ਇਹ ਕਬਜ਼ੇ 24 ਘੰਟਿਆਂ ਦੇ ਵਿੱਚ ਛਡਾ ਸਕਦੀ ਹੈ। ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹ ਕਿੱਥੇ ਸੁੱਤੀਆਂ ਹੋਈਆਂ ਸੀ, ਕਿਉਂ ਨਹੀਂ ਇਹ ਜਿਹੜੇ ਕਬਜ਼ੇ ਨਜਾਇਜ਼ ਕਬਜ਼ੇ ਹੈ ਜਿਹੜਾ ਉਹ ਛਡਾ ਸਕੀਆਂ, ਕਿਉਂਕਿ ਪੰਜਾਬ ਇੰਨੇ ਘਾਟੇ ਦੇ ਵਿੱਚ ਜਾ ਰਿਹਾ ਤੇ ਉਹ ਆਪਣੀ ਜਿਹੜੀ ਗਹਿਰੀ ਨੀਂਦ ਸੁੱਤੀਆਂ ਹੋਈਆਂ ਸੀ। ਤੇ ਨਾਲ ਦੀ ਨਾਲ ਦੇਖਣਾ ਇਹ ਵੀ ਹੋਊਗਾ ਕਿ ਨਵੀਂ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹ ਇਸ ਗੱਲ ਨੂੰ ਲੈ ਕੇ ਕਿੰਨਾ ਕੁ ਵਚਨਬੱਧ ਹੈ, ਕਦੋਂ ਤੱਕ ਜਿਹੜਾ ਇਹ ਨਜਾਇਜ਼ ਕਬਜ਼ੇ ਹੈ ਉਹ ਛਡਾ ਲੈਂਦੀ ਹੈ, ਜਾਂ ਫਿਰ ਪੁਰਾਣੀਆਂ ਸਰਕਾਰਾਂ ਵਾਂਗੂ ਇਹ ਵੀ ਇੱਕ ਜਿਹੜੀ ਆਪਣੀ ਨੀਂਦ ਸੁੱਤੀ ਰਹੂਗੀ ਤੇ ਲੋਕਾਂ ਨੂੰ ਜਿਹੜਾ ਚੰਗੇ ਹੋਣ ਦਾ ਦਿਖਾਵਾ ਕਰਦੀ ਰਹੂਗੀ। ਇਹ ਤਾਂ ਆਉਣ ਵਾਲਾ ਵਕਤ ਦੱਸੂਗਾ। ਤੁਸੀਂ ਆਪਣੀ ਕੀਮਤੀ ਸੁਝਾਅ ਸਾਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਸੁਖਵਿੰਦਰ ਨੇ। ਮੈਂ ਸ਼ੈਸ਼ਵ ਨਾਗਰਾ, ਧੰਨਵਾਦ।